ਸਵੇਰੇ ਦੀ ਵੱਡੀ ਖਬਰ ਦਾ ਰੁਖ ਕਰਾਂਗੇ। ਬੇहद ਸੰਵੇਦਨਸ਼ੀਲ ਮਾਮਲਾ ਹੈ ਪਾਕਿਸਤਾਨ ਦੇ ਵਿੱਚ। ਕੀ ਸਿੱਖ ਸੁਰੱਖਿਅਤ ਨੇ ਇੱਕ ਵਾਰ ਫਿਰ ਤੋਂ ਸਵਾਲ ਬਣਿਆ ਹੈ। ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਧਮਕੀ ਮਿਲਣ ਦੇ ਚਲਦਿਆਂ ਪਾਕਿਸਤਾਨ ਦੇ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੇ ਸਿੱਖਾਂ ਤੋਂ ਪੂਰੀ ਜਾਣਕਾਰੀ ਮੰਗੀ ਹੈ। ਇਸ ਬਾਰੇ ਜ਼ੀ ਮੀਡੀਆ ਦੇ ਵੱਲੋਂ ਪਾਕਿਸਤਾਨ ਦੇ ਸਿੱਖਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਸਿੱਖਾਂ ਦੀ ਸੁਰੱਖਿਆ ਪੁਖਤਾ ਕਰਨ ਦੇ ਲਈ ਸਥਾਨਕ ਪੁਲਿਸ ਨੇ ਘਰ ਅਤੇ कॉन्टैक्ट नंबर समेत होर जानकारी ली। तो पुलिस के वालों जानकारी मंगे जाने तो बाद पाकिस्तान के विच सिख घबराए हुए ने। वैक्यू ट्रस्ट प्रॉपर्टी ने लाहौर ते श्री ननकाना साहब के सिखां तो जानकारी देने के लिए उन्होंने कहा। लाहौर के गुरुद्वारा गुरु रामदास साहिब के ग्रंथी रणजीत सिंह ने एक ऑडियो जारी किया है और लाहौर अते ननकाना साहब के सिखां नूं सावधान रहने ते देर रात तक अपने घरों तो बाहर नहीं निकलने की सलाह दी। और PSGPC के साबका मैंबर मनिंदर सिंह ने सिखों को अलर्ट रहने के लिए किया है। तपिन साडे नाल अमृतसर तो लाइव जुड़ चुके हैं। तपिन, पाकिस्तान दे विच घट गिनती भाईचारे ते सिख भाईचारे ते इस तो पहला भी जो तशद्दद दी खबरां सामने आईयां ने। सो ये जो धमकी मिली है, की जानकारी है, किस कदर धमकी मिली है, कि किसी वीडियो ऑडियो दे राही मिली है या मैसेज कॉल आया है, किस किदां दी धमकी है? जी बिल्कुल, जिवें कि हुण एक बार दोबारा सिखां दे उपर जिहड़ा उत्ते शददत दीयां जिहड़ियां ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਕਿ ਇਹ ਇੱਕ ਰਿਪੋਰਟ ਮਿਲੀ ਹੈ। ਰਿਪੋਰਟ ਦੇ ਵਿੱਚ ਹੋਇਆ ਕਿ ਸਿੱਖਾਂ ਦੇ ਉੱਪਰ ਜਿਹੜਾ ਉਹ ਹਮਲਾ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਜਿਹੜੀਆਂ ਉਹ ਪਤਾ ਲੱਗੀਆਂ ਨੇ, ਜਿਸ ਤੋਂ ਬਾਅਦ ਜਿਹੜਾ ਹੈਗਾ ਉੱਥੋਂ ਦੇ ਸਿੱਖ ਜਥੇਦਾਰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਇਹ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਕਿ ਜਿਹੜਾ ਉਹ ਆਪਣਾ ਧਿਆਨ ਰੱਖਣ ਤੇ ਦੇਰ ਰਾਤ ਜਿਹੜਾ ਉਹ ਘਰੋਂ ਬਾਹਰ ਨਾ ਨਿਕਲਣ। ਇਹ ਪਸ਼ਤੂ ਭਾਸ਼ਾ ਦੇ ਵਿੱਚ PSGPC ਦੇ ਜਿਹੜੇ ਪੂਰਵ ਮੈਂਬਰ ਨੇ ਮਨਿੰਦਰ ਸਿੰਘ, ਉਹਨਾਂ ਵੱਲੋਂ ਪਸ਼ਤੂ ਭਾਸ਼ਾ ਦੇ ਵਿੱਚ ਵੀ ਜਿਹੜਾ ਇੱਕ ਆਡੀਓ ਜਿਹੜਾ ਉਹ ਜਾਰੀ ਕੀਤਾ ਗਿਆ, ਜਿਹਦੇ ਵਿੱਚ ਅਪੀਲ ਕੀਤੀ ਗਈ ਹੈ ਲਾਹੌਰ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਨੂੰ ਕਿ ਉਹ ਦੇਰ ਰਾਤ ਬਾਹਰ ਨਾ ਨਿਕਲਣ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਹੜੀ ਸਿੱਖਾਂ ਦੇ ਉੱਪਰ ਪਾਕਿਸਤਾਨ ਦੇ ਵਿੱਚ ਤਸ਼ੱਦਦ ਹੋਈ ਹੈ। ਤੇ ਹੁਣ ਇੱਕ ਵਾਰ ਦੁਬਾਰਾ ਇਸ ਤੋਂ ਬਚਣ ਲਈ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੇ ਅਪੀਲ ਕੀਤੀ ਜਾ ਰਹੀ ਹੈ ਉੱਥੇ ਬਾਰ-ਬਾਰ ਕਿ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਕੱਲ ਸ਼ਾਮ ਨੂੰ ਜਿਹੜਾ ਹੈਗਾ ਸਾਰੀਆਂ ਰਿਪੋਰਟ ਮੰਗਿਆ ਕਿ ਜਿਹੜੇ ਸਿੱਖ ਹੈਗੇ ਆਪਣੇ ਜਿੱਥੇ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਕਿ ਉਹ ਜਿਹੜੇ ਨੇ ਉਹ ਆਪਣੇ ਸਾਰੇ ਦਾਖਲ ਕਰਨ ਤੇ ਤਾਂ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਹੈਗੀ ਆ ਉਹ ਸੁਨਿਸ਼ਚਿਤ ਕੀਤੀ ਜਾ ਸਕੇ। ਤੇ ਇਹਨੂੰ ਲੈ ਕੇ ਜਿਹੜਾ ਹੈਗਾ ਹੁਣ ਉੱਥੋਂ ਦੇ ਸਿੱਖ ਵੀ ਜਿਹੜੇ ਨੇ ਘਬਰਾਏ ਹੋਏ ਨੇ ਕਿ ਆਖਿਰ ਇੱਕਦਮ ਐਸਾ ਕੀ ਹੋ ਗਿਆ ਕਿ ਉਹਨਾਂ ਦੇ ਜਿੰਨੇ ਕੰਟੈਕਟ ਨੰਬਰ ਨੇ, ਜਿੱਥੇ ਉਹ ਰਹਿੰਦੇ ਨੇ, ਕਦੋਂ ਤੋਂ ਰਹਿੰਦੇ ਪਏ ਨੇ, ਇਸ ਤਰ੍ਹਾਂ ਦੀਆਂ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਉਹ ਲਿੱਤੀਆਂ ਜਾ ਰਹੀਆਂ। ਤੇ ਇਸ ਕਰਕੇ ਕਿਤੇ ਨਾ ਕਿਤੇ ਉੱਥੋਂ ਦੇ ਸਿੱਖ ਜਿਹੜੇ ਨੇ ਇਹਨੂੰ ਸ਼ੱਕ ਦੀ ਨਜ਼ਰ ਨਾਲ ਵੀ ਵੇਖਦੇ ਪਏ ਨੇ ਕਿ ਆਖਿਰ ਇੱਕਦਮ ਇੰਨੀਆਂ ਇਨਫੋਰਮੇਸ਼ਨ ਜਿਹੜੀਆਂ ਨੇ ਉਹ ਕਿਉਂ ਲਿੱਤੀਆਂ ਜਾ ਰਹੀਆਂ ਨੇ। ਜੀ ਇੰਨੀਆਂ ਸਾਰੀਆਂ ਇਨਫੋਰਮੇਸ਼ਨਸ ਲਈਆਂ ਜਾ ਰਹੀਆਂ, ਇਸ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਰੱਖ ਕੇ ਤਾਂ ਜ਼ਰੂਰ ਸਿੱਖ ਭਾਈਚਾਰਾ ਉੱਥੋਂ ਦਾ ਦੇਖ ਰਿਹਾ ਹੈ। ਲੇਕਿਨ कि इस बारे पाकिस्तान सरकार दे वल्लों कोई जवाब आया है? अगर धमकियां मिल रही ने, अगर सिख भाईचारा उत्थे खुद की जान नूं माल नूं खतरा समझ रहे हैं तो पाकिस्तान सरकार दे वल्लों कोई रिएक्शन? जी फिलहाल इस तरह का कोई सामने नहीं आया कि इमरान खान वालों या किसी होर वालों इस तरह का किसी मंत्री वालों ट्वीट किया हो कि सिखा नूं घबराने की जरूरत नहीं, क्योंकि इस तो पहले भी जो शददत होए ने तो इमरान खान वालों जिहड़ा हैगा वो ट्वीट करके सिखा नूं जिहड़ा आश्वासन दिता गया। लेकिन हजे तक कोई भी इस तरह का ट्वीट जिहड़ा वो सामने नहीं आया कि अश्योरेंस दिती जाए कि वो बिल्कुल जान माल जिहड़ा उन्हां दा बिल्कुल पाकिस्तान दे विच सुरक्षित है। लेकिन फिलहाल हजे तक इस तरह का कोई भी ट्वीट जिहड़ा वो सामने नहीं आया, जबकि हुण तक आ जाना चाहिए सी। अगर एक वैक्यू बोर्ड जिहड़ा प्रॉपर्टी बोर्ड हैगा ਉਹਦੇ ਵੱਲੋਂ ਜਾਣਕਾਰੀ ਮੰਗੀ ਗਈ ਹੈ, ਕਿਹਾ ਗਿਆ ਕਿ ਆਪਣੇ ਦਸਤਾਵੇਜ਼ ਜਿਹੜੇ ਨੇ ਉਹ ਦਾਖਲ ਕੀਤੇ ਜਾਣ ਤੇ ਉਸ ਤੋਂ ਬਾਅਦ ਵੀ ਯਾਨੀ ਕਿ ਪ੍ਰਸ਼ਾਸਨ ਨੂੰ ਉੱਥੇ ਪੂਰੀ ਇਸ ਦੀ ਜਾਣਕਾਰੀ ਹੈ। ਪੁਲਿਸ ਇਹਦੇ ਵਿੱਚ ਜਿਹੜੀ ਹੈਗੀ ਹੈ ਉਹ ਹਸਤਖੇਪ ਕਰ ਚੁੱਕੀ ਹੈ ਤੇ ਉਸ ਤੋਂ ਬਾਅਦ ਵੀ ਜਿਹੜਾ ਉੱਥੋਂ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਹਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਤਾਂ ਕਿ ਸਿੱਖਾਂ ਨੂੰ ਜਿਹੜੀ ਹੈ ਆਸ਼ਵਾਸਨ ਮਿਲ ਸਕੇ ਕਿ ਉਹਨਾਂ ਦੀ ਜਾਨੀ ਮਾਲੀ ਜਿਹੜੀ ਸੁਰੱਖਿਆ ਹੈ ਉਹ ਪੂਰੀ ਸੁਨਿਸ਼ਚਿਤ ਕਰਦੀ ਪਈ ਹੈ ਸਰਕਾਰ ਉੱਥੋਂ ਦੀ। फिलहाल इस तरह का हजे तक बयान कोई सामने नहीं आया, लेकिन उन्होंने इन्फॉर्मेशन जरूर मांग ली गई है।
ਠੀਕ ਹੈ ਤਪਿਨ ਤੁਸੀਂ ਬਣੇ ਰਹਿਣਾ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਜੁੜੇ ਨੇ। ਸਿਰਸਾ ਜੀ ਪੂਰੀ ਜਾਣਕਾਰੀ ਤੁਹਾਨੂੰ ਹੈ ਇਸ ਖਬਰ ਦੀ ਜੋ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਧਮਕੀ ਮਿਲੀ ਹੈ। ਹਾਲਾਂਕਿ ਵੈਕਿਊ ਬੋਰਡ ਜੋ ਹੈ ਉਹਨਾਂ ਦੇ ਵੱਲੋਂ ਸਿੱਖਾਂ ਦੀ ਪੂਰੀ ਜਾਣਕਾਰੀ ਉਹਨਾਂ ਦੇ ਕੰਟੈਕਟ ਨੰਬਰ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਲੇਕਿਨ ਉਸ ਤੋਂ ਉੱਥੇ ਜੋ ਸਿੱਖ ਭਾਈਚਾਰਾ ਵਸਦਾ ਹੈ ਇਸ ਲਈ ਜਾ ਰਹੀ ਇਨਫੋਰਮੇਸ਼ਨ ਤੇ ਵੀ ਸ਼ੱਕ ਜ਼ਾਹਿਰ ਕਰ ਰਿਹਾ ਹੈ। नहीं देखो सानू भी सवेरे ही उन्हें जानकारी मिली है, लेकिन अजे असीं उत्थे संपर्क करते पे हैं। ये बड़ी दुर्भाग्यपूर्ण है कि जो उत्थों की घटना है घटी होई गई आ उन्हां नाल संपर्क करने की कोशिश की, लेकिन मेरी गल अजे तक हुई नहीं उन्हां दे नाल। हुण वो जां ते उन्हां दा नंबर बंद करा दित्ता गया, गॉड नोस की गल आ, लेकिन मैं उत्थे संपर्क करते हैं थोड़ी देर के अंदर दिल्ली सिख गुरुद्वारा मैनेजमेंट कमेटी वालों ऑफिशियल तौर पर असीं अपनी स्टेटमेंट जारी करके उन्हां नाल गलबात करांगे जी। लेकिन पाकिस्तान दे विच सिख भाईचारा जो वसदा है ਉਹਨਾਂ ਦੇ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਕਿ ਉਹਨਾਂ ਨੂੰ ਖਤਰਾ ਰਹਿੰਦਾ ਹੈ, ਉੱਥੇ ਉਹਨਾਂ ਦੇ ਨਾਲ ਤਸ਼ੱਦਦ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਕੀ ਲੱਗਦਾ ਹੈ ਕਿ ਇਸ ਮਾਮਲੇ 'ਚ ਕੋਈ ਸੱਚਾਈ ਹੋ ਸਕਦੀ ਹੈ? देखो सिस्टम के अंदर कुछ भी हो सकता है, इनू तो नकारा नहीं जा सकता, लेकिन पर्टिकुलरली कोई इस करके हो रहा होगा ये जानकारी मैं इस तरह की कोई इररिस्पोंसिबल स्टेटमेंट नहीं देना चाहता, क्योंकि साडा सिख भाईचारा उत्थे रहिंदा उन्हां दा कोई ऐसा नुकसान होवे। लेकिन ये जरूर है कि देखो जो इतना वड्डा सिस्टम हुंदा तो उसके अंदर शरारतां लोग करते हैं, जानबूझ के भी करते हैं, कराइयां भी जांदियां ने, बहुत कुछ हुंदा है, लेकिन उसके अंदर सारे मुल्क के लोग इन्वॉल्व होंदे ने, ऐसा कभी नहीं संभावना होंदी। उत्थों के लोग भी जिहड़े ने मुल्क के लोग जिहड़े ने वो सिखां नाल प्यार करते हैं, और लेकिन ये क्यों घटनाक्रम होई किवें होई इहदे पिछे की है ये थोड़ी जानकारी जनता नहीं आउंदी, हुण ताईं इस ते कुछ भी बोलना ठीक नहीं। जी जी बहुत बहुत शुक्रिया सिरसा जी साडे नाल गलबात करन दे लई। सो किसी की शरारत है या फिर धमकी वाली गल बिल्कुल सच है, हाले इस बारे कुछ स्पष्ट नहीं हो पाया है। और दिल्ली कमेटी के प्रधान मनजिंदर सिंह सिरसा ने भी कहा है कि हाले ऑफिशियली कुछ कहा नहीं जा सकता है। तपिन साडे नाल जुड़े हुए ने। तपिन सिरसा जी नूं सुनिया आपां ने, उन्होंने खुद ही ऑफिशियली किसी भी तरह का बयान देने तो फिलहाल इनकार कर दिता है, क्योंकि हाले यही नहीं पता है कि कितनी कुछ सच्चाई है जो खबर निकल के सामने आई है। लेकिन अगर सच्चाई है तो बहुत संजीदा मसला है, संवेदनशील मसला है। जी जिवें कि उत्थों दे सिखां नाल गलबात भी की गई है, जिहड़े पीड़त ने जिन्हां वल्लों अपील की गई है, लेकिन उन्होंने तो जाहिर किया कि उन्होंने इस तरह दियां रिपोर्ट्स जिहड़ियां ने वो जमा कराने लई किया, अपने दस्तावेज जमा कराने लई किया, इस करके उन्होंने वल्लों अपील की गई। यानी कि फिलहाल प्रीमिनरी तौर पर जिहड़ा या तो कोई जांच एजेंसी हैगी आ उन्होंने कोई इनपुट मिलिया है कि इत्थे उन्हें इस तरह की शरारत की जा सकती है, तो उस तो बाद जिहड़ी है वो उत्थों दे जिहड़े आगू हैगे ने उन्हां नूं कहा गया कि उत्थों दे सिखां नूं अपील की जाए। उस तो बाद ही जिहड़ा अपील की गई है कि अपने, क्योंकि जिस तरह की सामने आ रहा कि उत्थों दे जिहड़े ग्रंथी ने या होर जिहड़े आगू ने सिख आगू उन्हां वल्लों लगातार अपील की जा रही है कि वो रात नूं बाहर ना निकलन, यानी कि पुलिस उन्हां दे इन्वेस्टिगेशन के तौर पर उन्हां तो सारे दस्तावेज लैने शुरू हो चुकी है कि उन्होंने कहा अपने दस्तावेज जिहड़े ने वो दाखिल करन। अगर असीं अमूमन तौर पर इत्थे भी लगा लीए, अगर किते कोई दस्तावेज मंगे जाते हैं वो किसी कारण मंगे जाते हैं, वो शक की निगाह नाल भी वेखे जा रहे हैं कि आखिर जिहड़े उत्थे सिख रहिंदे पे ने उन्हां दी सारी इंफॉर्मेशन जिहड़ी है वो सरकार उत्थों दी लेना चाहती है, इन्वेस्टिगेशन किस चीज़ दी करना चाहती है। ਵੱਡੀ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਨੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਤਾਂ ਪਤਾ ਹੁੰਦਾ ਹੈ ਕਿ ਅਸੀਂ ਇਹ ਇਨਫੋਰਮੇਸ਼ਨ ਕਿਉਂ ਦੇ ਰਹੇ ਹਾਂ ਜਾਂ ਫਿਰ ਸਾਡੇ ਕੋਲੋਂ ਇਹ ਇਨਫੋਰਮੇਸ਼ਨ ਕਿਉਂ ਮੰਗੀ ਜਾ ਰਹੀ ਹੈ। ਅਗਰ ਜਿੱਥੋਂ ਤੱਕ ਗੱਲ ਧਮਕੀ ਦੀ ਹੈ, ਧਮਕੀ ਨੂੰ ਲੈ ਕੇ ਹਰ ਜੇ ਸ਼ੱਕ ਸੁਭਾਅ ਨੇ, ਲੇਕਿਨ ਮਜਬੂਰਨ ਦੇਖੋ ਮਤਲਬ ਸੁਰੱਖਿਆ ਦੇ ਲਿਹਾਜ਼ ਦੇ ਨਾਲ ਉੱਥੇ ਜੋ ਸਿੱਖ ਭਾਈਚਾਰਾ ਵਸਦਾ ਹੈ ਉਹਨਾਂ ਨੂੰ ਆਪਣੀ ਜਾਣਕਾਰੀ ਦੇਣੀ ਪੈ ਰਹੀ ਹੈ, चाहे मजबूरी दे नाल, चाहे शक है उन्होंने, चाहे धमकी ते, लेकिन फिर भी देनी पै रही है। जी बिल्कुल, जिवें कि अपील की गई है पुलिस वालों जिहड़ी वो करवाई गई है कि देर रात जिहड़ा हैगा सिख जिहड़े ने ननकाना साहब लाहौर जिहड़े वो बाहर ना निकलन, यानी कि उन्होंने आज़ादी के उपर भी जिहड़ा हैगा हुण रात नूं और जरूर विराम चिन्ह ला दिता गया, फुल स्टॉप लाता गया कि वो रात नूं बाहर ना निकलन, उन्होंने जानी माल ਜਿਹੜਾ ਸੁਰੱਖਿਅਤ ਨਹੀਂ ਹੈ ਪਾਕਿਸਤਾਨ ਦੇ ਵਿੱਚ, ਤੇ ਇਸ ਕਰਕੇ ਜਿਹੜਾ ਉਹਨਾਂ ਤੋਂ ਅਪੀਲ ਕਰਵਾਈ ਗਈ ਹੈ। ਤੇ ਉਸ ਤੋਂ ਬਾਅਦ ਅਗਰ ਅਪੀਲ ਕੀਤੀ ਗਈ ਹੈ ਤਾਂ ਫਿਰ ਡਰ ਦਾ ਮਾਹੌਲ ਜ਼ਰੂਰ ਬਣ ਜਾਂਦਾ ਹੈ ਕਿ ਅਗਰ ਉਹ ਦੇਰ ਰਾਤ ਨਹੀਂ ਬਾਹਰ ਨਿਕਲ ਸਕਦੇ ਤੇ ਆਖਰ ਉਹਨਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਹੈ। ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ
ਤੇ ਉਹਨਾਂ ਨੂੰ ਮਾਰਿਆ ਜਾ ਸਕਦਾ ਕਿਸ ਤਰ੍ਹਾਂ, ਕਿਉਂਕਿ ਇਸ ਤਰ੍ਹਾਂ ਤਸ਼ੱਦਦ ਜਿਹੜੀਆਂ ਉਹ ਸਾਹਮਣੇ ਕਈ ਵਾਰ ਪਾਕਿਸਤਾਨ ਦੇ ਵਿੱਚੋਂ ਆ ਚੁੱਕੀਆਂ ਨੇ। ਲੇਕਿਨ ਹੁਣ ਇਹ ਜ਼ਰੂਰ ਇੱਕ ਵੱਡਾ ਵਿਸ਼ਾ ਬਣ ਚੁੱਕਾ ਹੈ ਤੇ ਸਰਕਾਰ ਵੱਲੋਂ ਹਰੇ ਤੱਕ ਕੋਈ ਆਸ਼ਵਾਸਨ ਜਿਹੜਾ ਫਿਲਹਾਲ ਨਹੀਂ ਦਿੱਤਾ ਗਿਆ। ਇੰਨਾ ਜ਼ਰੂਰ ਅਪੀਲ ਕਰਵਾਤੀ ਗਈ ਹੈ। ਇਹੀ ਸਭ ਤੋਂ ਵੱਡੀ ਗੱਲ ਹੈ ਕਿ ਉੱਥੋਂ ਦੀ ਸਰਕਾਰ ਦੇ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ, ਕਿਸੇ ਤਰ੍ਹਾਂ ਦੀ ਕੋਈ ਅਪੀਲ ਨਹੀਂ ਆਈ ਹੈ। ਕਿਉਂਕਿ ਅਗਰ ਕਿਤੇ ਕੋਈ ਧਮਕੀ ਵਾਲੀ ਅਗਰ ਗੱਲ ਹੁੰਦੀ ਹੈ, ਪ੍ਰਸ਼ਾਸਨਿਕ ਲੈਵਲ ਤੇ ਪਹੁੰਚ ਚੁੱਕੀ ਹੈ, ਬਹੁਤ ਜਾਣਕਾਰੀਆਂ ਹਾਸਲ ਕਰ ਰਿਹਾ ਹੈ, ਜ਼ਾਹਿਰ ਜੀ ਗੱਲ ਹੈ ਕਿ ਸਰਕਾਰ ਨੂੰ ਵੀ ਇਲਮ ਹੋਏਗਾ ਇਸ ਬਾਰੇ, ਲੇਕਿਨ ਸਰਕਾਰੀ ਪੱਧਰ ਤੇ ਕੋਈ ਰਿਐਕਸ਼ਨ ਨਹੀਂ ਹੈ। ਜੀ ਬਿਲਕੁਲ, ਬੜੇ ਦੁਰਭਾਗਿਆਪੂਰਨ ਹੈ ਕਿ ਕੱਲ ਦਾ ਜਿਵੇਂ ਕਿ ਸਾਰੀ ਅਪੀਲ ਕੀਤੀਆਂ ਜਾ ਰਹੀਆਂ ਨੇ, ਸਰਕਾਰ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਖੁਦ ਜਿਹੜਾ ਇਹ ਕਰਵਾ ਰਿਹਾ ਤੇ ਉਹ ਕਹਿ ਰਿਹਾ ਕਿ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਹੈ, ਉੱਥੇ ਆਪਣੀਆਂ ਸਾਰੀਆਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾਣ, ਪੁਲਿਸ ਵੱਲੋਂ ਵੀ ਕਰਵਾਇਆ ਜਾ ਰਿਹਾ ਤੇ ਆਖਰ ਇਹ ਉੱਥੇ ਸਾਰੀਆਂ ਜਾਣਕਾਰੀਆਂ ਲੈ ਕੇ ਕਿਸ ਤਰ੍ਹਾਂ ਸੁਰੱਖਿਅਤ ਉਹਨਾਂ ਦੀ ਜਿਹੜਾ ਕੀਤਾ ਜਾਏਗਾ, ਉਹਨਾਂ ਦੀ ਆਖਿਰ ਉਹਨਾਂ ਦੇ ਸਾਰੇ ਡਾਕੂਮੈਂਟਸ ਲੈ ਕੇ, ਉਹਨਾਂ ਦੇ ਮੋਬਾਈਲ ਨੰਬਰ ਜਾਂ ਕੰਟੈਕਟ ਨੰਬਰ, ਉਹਨਾਂ ਦੇ ਪਰਿਵਾਰ ਦੇ ਵਿੱਚ ਕਿੰਨੇ ਲੋਕ ਨੇ, ਇਸ ਤਰ੍ਹਾਂ ਦੀਆਂ ਸਾਰੀਆਂ ਜਾਣਕਾਰੀਆਂ ਜੁਟਾ ਕੇ ਜਿਹੜਾ ਕਦੋਂ ਤੋਂ ਰਹਿ ਰਹੇ ਨੇ, ਉਹ ਜਦੋਂ ਬੋਰਡ ਦੇ ਵਿੱਚ ਆਪਣੀਆਂ ਜਾਣਕਾਰੀਆਂ ਦੇ ਦੇਣਗੇ ਤਾਂ ਉਹ ਸੁਰੱਖਿਅਤ ਕਿਸ ਤਰ੍ਹਾਂ ਹੋ ਜਾਣਗੇ, ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲਣਗੇ। ਤੇ ਉਹ ਫਿਰ ਅਗਰ ਬੋਰਡ ਦੇ ਵਿੱਚ ਉਹਨਾਂ ਦੀ ਸਾਰੀ ਜਾਣਕਾਰੀ ਚੱਲ ਜਾਏਗੀ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਏਗੀ, ਕੀ ਸਿਕਿਉਰਿਟੀ ਦਿੱਤੀ ਜਾਏਗੀ, ਇਹ ਵੱਡੇ ਸਵਾਲ ਨੇ। ਇਹ ਉੱਥੋਂ ਦੀ ਸਰਕਾਰ ਨੂੰ ਆਸ਼ਵਾਸਨ ਦੇਣਾ ਚਾਹੀਦਾ ਹੈ ਫਿਲਹਾਲ, ਕਿਉਂਕਿ ਅਗਰ ਦੇਰ ਰਾਤ ਨੂੰ ਅਗਰ ਇਸ ਤਰ੍ਹਾਂ ਦੀਆਂ ਸਾਰੀਆਂ ਉੱਥੇ ਇਨਫੋਰਮੇਸ਼ਨ ਮੰਗੀਆਂ ਜਾ ਰਹੀਆਂ ਤੇ ਦੇਰ ਰਾਤ ਕਿਹਾ ਜਾ ਰਿਹਾ ਉਹ ਘਰੋਂ ਬਾਹਰ ਨਾ ਨਿਕਲਣ, ਤਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣ ਜਾਂਦਾ ਹੈ। ਇਸ ਕਰਕੇ ਇਸ ਡਰ ਨੂੰ ਖਤਮ ਕਰਨ ਲਈ ਵਿਰਸਾ ਸਿੰਘ ਵਲਟੋਹਾ, ਤੁਸੀਂ ਜੁੜੇ ਰਹਿਣਾ। ਵਿਰਸਾ ਸਿੰਘ ਵਲਟੋਹਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਵਲਟੋਹਾ ਜੀ, ਸਵਾਲ ਕਈ ਤਰ੍ਹਾਂ ਦੇ ਨੇ ਸਰ। ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਧਮਕੀ ਮਿਲਣ ਦੀ ਖਬਰ ਦੇ ਵਿੱਚ ਸੱਚਾਈ ਹੈ ਤਾਂ ਗੰਭੀਰ ਮਸਲਾ ਹੈ, ਔਰ ਅਗਰ ਸੱਚਾਈ ਨਹੀਂ ਹੈ ਤਾਂ ਮਸਲਾ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਹੈ, ਹੋਰ ਜ਼ਿਆਦਾ ਗੰਭੀਰ ਹੈ। ਯਾਨੀ ਕਿ ਦੋਹਾਂ ਹੀ ਸੁਰਤਾਂ ਦੇ ਵਿੱਚ ਉੱਥੇ ਵਸਦੇ ਸਿੱਖ ਭਾਈਚਾਰੇ ਦੇ ਅੰਦਰ ਸਹਿਮ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ, ਕਿਉਂਕਿ ਉੱਥੇ ਜਾਣਕਾਰੀਆਂ, ਉਹਨਾਂ ਦੀਆਂ ਪਰਸਨਲ ਜਾਣਕਾਰੀਆਂ ਜੁਟਾਈਆਂ ਜਾ ਰਹੀਆਂ ਨੇ। ਜਿਹੜੇ ਪਰਿਵਾਰ ਰਹਿ ਗਏ ਸੀ ਉਹ 1947 ਤੋਂ ਬਾਅਦ ਕਿਹੜੇ ਹਾਲਾਤਾਂ 'ਚ ਰਹਿ ਰਹੇ ਨੇ ਕਿਸੇ ਨੂੰ ਉਹਲਾ ਨਹੀਂ। ਉੱਥੋਂ ਦੀ ਕੱਟੜਵਾਦਤਾ ਔਰ ਉੱਥੋਂ ਦੀਆਂ ਸਰਕਾਰਾਂ ਦੀ, ਉੱਥੋਂ ਦੇ ਲੋਕਾਂ ਦੀ ਘੱਟ ਗਿਣਤੀਆਂ ਜੀ, ਉੱਥੇ ਜਿਹੜੇ ਸਿੱਖ ਨੇ ਬੜੇ ਸਹਿਮ ਦੇ ਮਾਹੌਲ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ, ਬੜੇ ਡਰ ਦੇ ਮਾਹੌਲ ਦੇ ਵਿੱਚ। ਇੱਥੋਂ ਤੱਕ ਜੇ ਉਹਨਾਂ ਨੂੰ ਸ਼ਿਕਾਇਤ ਵੀ ਨਹੀਂ ਕਿ ਜੇ ਸ਼ਿਕਾਇਤ ਕੀਤੀ ਤਾਂ ਸਾਡੀ ਜ਼ਿੰਦਗੀ ਦੂਬਰ ਹੋ ਜੂਗੀ। ਬੜੀ ਦੱਬੀ ਆਵਾਜ਼ ਦੇ ਵਿੱਚ ਉਹ ਗੱਲ ਕਰਦੇ ਨੇ ਕਿਸੇ ਆਪਣੇ ਹਮਦਰਦ ਦੇ ਕੋਲੇ ਕਿ ਇੱਥੇ ਸਾਡੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ। ਤੇ ਜੇ ਓਪਨਲੀ ਕਈ ਸਿੱਖ ਜਿਹੜੇ ਆ ਦਾਅਵਾ ਵੀ ਕਰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖ ਬੜੇ ਖੁਸ਼ ਨੇ, ਉਹ ਕੇਵਲ ਝੂਠ ਹੈ। ਪਾਕਿਸਤਾਨ ਦੇ ਅੰਦਰ ਬਹੁਤ ਵੱਡੀ ਗਿਣਤੀ ਸੀ ਸਿੱਖਾਂ ਦੀ ਜਿਹੜੀ 1947 ਤੋਂ ਬਾਅਦ ਰਹਿ ਗਏ ਸੀ। ਅੱਜ ਗਿਣਤੀ ਜਿਹੜੀ ਹੈ ਸੈਂਕੜਿਆਂ ਤੱਕ ਪਰਿਵਾਰਾਂ ਦੀ ਰਹਿ ਗਈ ਹੈ। ਉਹ ਕਿਉਂ ਰਹਿ ਗਈ? ਉਹਦੇ ਪਿੱਛੇ ਕਾਰਨ ਕੀ ਹੈ? ਗਿਣਤੀ ਤੇ ਵਧਣੀ ਚਾਹੀਦੀ ਸੀ, ਗਿਣਤੀ ਤੇ ਵਧਣੀ ਚਾਹੀਦੀ ਸੀ ਕਿਉਂਕਿ 1947 ਤੋਂ ਬਾਅਦ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਗਿਣਤੀ ਤੇ ਡਬਲ ਟ੍ਰਿਪਲ ਹੋਣੀ ਚਾਹੀਦੀ ਸੀ ਤੇ ਉਹ ਗਿਣਤੀ ਉੱਥੇ ਜਿਹੜੀ ਹੈ ਸਿੱਖਾਂ ਦੀ ਘੱਟ ਰਹੀ ਹੈ। ਇਹ ਡਰ ਤੇ ਸਹਿਮ ਦੇ ਮਾਹੌਲ ਦੇ ਕਾਰਨ ਜਿਹੜਾ ਸਭ ਕੁਝ ਉੱਥੇ ਵਾਪਰ ਰਿਹਾ ਹੈ। ਔਰ ਜਿਹੜੀਆਂ ਕਿਉਂਕਿ ਜਿਹੜੀ ਭਾਰਤ ਸਰਕਾਰ ਆ ਇਹਨੂੰ ਵੀ ਸੰਜੀਦਾ ਹੋਣਾ ਚਾਹੀਦਾ ਆ। ਜਿਹੜੀ ਸਾਡੀ ਉੱਥੇ ਕਮਿਊਨਿਟੀ ਜੀ ਘੱਟ ਗਿਣਤੀ ਜਿਹੜੇ ਲੋਕ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਕਦਮ ਚੁੱਕਣੇ ਚਾਹੀਦੇ। ਜਿਹੜੀਆਂ ਵਾਟਰ ਲੈਵਲ ਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ। ਇਹ ਸੱਚਾਈ ਹੈ, ਇਹ ਸੱਚ ਹੈ। ਇਹ ਕੰਧ ਤੇ ਲਿਖਿਆ ਹੋਇਆ ਸੱਚ ਹੈ ਕਿ ਉੱਥੋਂ ਦੇ ਜਿਹੜੇ ਸਿੱਖ ਨੇ, ਉੱਥੋਂ ਦੇ ਘੱਟ ਗਿਣਤੀਆਂ ਕੌਮਾਂ ਜਿਹੜੀਆਂ ਨੇ ਉਹ ਬਹੁਤ ਹੀ ਸਹਿਮ ਦੇ ਮਾਹੌਲ ਦੇ ਵਿੱਚ, ਡਰ ਦੇ ਮਾਹੌਲ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੀਆਂ ਨੇ। ਬਿਲਕੁਲ ਸਰ, ਕੋਈ ਗੱਲ ਹੋ ਜੇ ਮੰਨ ਲਓ ਪੰਜਾਬ 'ਚ ਵੀ, ਤਾਂ ਚਾਹੇ ਪ੍ਰਸ਼ਾਸਨਿਕ ਅਮਲਾ ਜਾਣਕਾਰੀਆਂ ਜੁਟਾ ਰਿਹਾ ਹੋਏ, ਕੋਈ ਵੈਕਿਊ ਟਰਸਟ ਪ੍ਰਾਪਰਟੀ ਵਰਗੀ ਕੋਈ ਵੀ ਸੰਸਥਾ ਅਗਰ ਜਾਣਕਾਰੀਆਂ ਜੁਟਾ ਰਹੀ ਹੁੰਦੀ ਹੈ, ਘੱਟੋ ਘੱਟ ਪੰਜਾਬ ਸਰਕਾਰ ਨੂੰ ਤਾਂ ਜਾਣਕਾਰੀ ਹੁੰਦੀ ਹੈ ਨਾ, ਉੱਥੋਂ ਦੀ ਸਰਕਾਰ ਨੂੰ ਜਾਣਕਾਰੀ ਹੁੰਦੀ ਹੈ, ਭਾਰਤ ਸਰਕਾਰ ਨੂੰ ਜਾਣਕਾਰੀ ਹੁੰਦੀ ਹੈ। ਲੇਕਿਨ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਇਮਰਾਨ ਖਾਨ ਦੇ ਵੱਲੋਂ ਕੋਈ ਅਪੀਲ ਨਹੀਂ ਹੈ ਇਸ ਤਰ੍ਹਾਂ ਦੀ। ਇਹ ਜੋ ਅਪੀਲ ਕੀਤੀ ਗਈ ਹੈ ਉੱਥੋਂ ਦੇ ਜੋ ਪ੍ਰਾਪਰਟੀ ਜੋ ਜਾਣਕਾਰੀ ਇਕੱਠਾ ਕਰ ਰਹੀ ਹੈ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਸਿੱਖ ਭਾਈਚਾਰੇ ਨੂੰ ਕਿ ਘਰੋਂ ਤੋਂ ਬਾਹਰ ਨਾ ਨਿਕਲੋ। ਲੇਕਿਨ ਇਮਰਾਨ ਖਾਨ ਦਾ ਕੋਈ ਰਿਐਕਸ਼ਨ, ਕੋਈ ਇੱਕ ਅਪੀਲ ਵਾਲਾ ਟਵੀਟ ਤੱਕ ਨਹੀਂ ਆਇਆ। ਗਗਨ, ਜਿੱਥੇ ਤੱਕ ਪਾਕਿਸਤਾਨ ਦੇ ਅੰਦਰ ਸਰਕਾਰਾਂ ਦਾ ਸਵਾਲ ਹੈ, ਉੱਥੇ ਸਰਕਾਰਾਂ ਦੇ ਕੀ ਹਾਲਾਤ ਨੇ, ਉੱਥੇ ਜਿਹੜੀ ਇੱਕ ਤਰ੍ਹਾਂ ਦੀ ਸ਼ਕਤੀ ਹੈ ਸਾਰੀ
ਇਹ ਫੌਜ ਕੋਲ ਇੱਕ ਤਰ੍ਹਾਂ ਦੀ ਸ਼ਕਤੀ ਆ, ਫੌਜ ਦੇ ਸਾਏ ਦੇ ਥੱਲੇ ਸਰਕਾਰਾਂ ਚੱਲ ਰਹੀਆਂ ਨੇ ਔਰ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ, ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨ ਨੇ, ਉਹ ਸਿੱਧੇ ਰੂਪ ਸਰਕਾਰਾਂ ਨਾਲ ਜੁੜਨ ਦੀ ਬਜਾਏ ਉਹ ਫੌਜ ਦੇ ਹਾਕਮਾਂ ਦੇ ਨਾਲ ਜੁੜੀਆਂ ਹੋਈਆਂ ਨੇ, ਫੌਜ ਦੇ ਵੱਡੇ ਅਫਸਰਾਂ ਨਾਲ ਜੁੜੀਆਂ ਹੋਈਆਂ ਨੇ ਔਰ ਉਹਨਾਂ ਦੇ ਇਸ਼ਾਰਿਆਂ ਤੇ ਹੀ ਉੱਥੇ ਸਭ ਕੁਝ ਚੱਲਦਾ ਹੈ। ਤੇ ਇਸੇ ਕਰਕੇ ਅੱਜ ਜਿਹੜੀ ਜਦੋਂ ਇਮਰਾਨ ਖਾਨ ਦੀ ਸਰਕਾਰ ਬਣੀ ਸੀ ਤੇ ਹਰ ਇੱਕ ਨੇ ਤਵੱਕੋ ਕੀਤੀ ਸੀ ਕਿ ਇੱਕ ਸਪੋਰਟਸਮੈਨ ਆਇਆ ਕਿ ਸ਼ਾਇਦ ਇਹ ਕੰਟਰੋਲ ਕਰੇਗਾ, ਪਰ ਉਹ ਮੇਰਾ ਖਿਆਲ ਹੈ ਕਿ ਹੁਣ ਤੇ ਉਹ ਢਿੱਗੀ ਢਾਹ ਕੇ ਬੈਠਾ ਹੋਇਆ ਹੈ ਕਿਸੇ ਤਰ੍ਹਾਂ ਦਾ। ਉਹ ਵੀ ਕਹਿ ਦਈਏ ਕਿ ਨਿਰਾਸ਼ ਹੋ ਕੇ ਹੁਣ ਜਿਹੜੇ ਆਪਦੇ ਦਿਨ ਕੱਟੀ ਕਰ ਰਿਹਾ ਸਰਕਾਰ ਨਾਲ ਦੀ ਉੱਥੇ ਚੀਜ਼ ਕੋਈ ਨਹੀਂ ਹੈਗੀ ਜੀ। ਜਿਵੇਂ ਕਿ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਬਾਰੇ ਸਰ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਇਦਾਂ ਦਾ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਬੋਰਡ ਇਸ ਤਰ੍ਹਾਂ ਜਾਣਕਾਰੀਆਂ ਪਰਸਨਲ ਇਕੱਠੀਆਂ ਕਰਨ ਦਾ ਅਧਿਕਾਰ ਰੱਖਦਾ ਹੈ? ਨਹੀਂ, ਬਿਲਕੁਲ ਨਹੀਂ, ਬਿਲਕੁਲ ਇਹ ਬਿਲਕੁਲ ਗਲਤ ਗੱਲ ਹੈ। ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਔਰ ਜਿਸ ਤਰ੍ਹਾਂ ਦੀ ਮਨਸ਼ਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਜ਼ਾਹਰ ਕੀਤੀ ਹੈ ਤੇ ਇਹਦੇ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਦਾ ਖਰਚਾ ਹੈਗਾ ਕਿ ਇੱਕ ਗ੍ਰੰਥੀ ਸਿੰਘ ਉਹਨਾਂ ਦੀ ਮਨਸ਼ਾ ਨੂੰ ਕਿਸੇ ਨਾ ਕਿਸੇ ਰੂਪ ਚ ਉਹਨੇ ਭਾਪਿਆ ਹੋਊਗਾ, ਉਹਨੂੰ ਕੋਈ ਖਰਚਾ ਹੋਊਗਾ, ਕੋਈ ਉਹਨੂੰ ਸ਼ੰਕਾ ਹੋਊਗਾ, ਕੋਈ ਉਹਨੂੰ ਡਰ ਹੋਊਗਾ, ਤਾਂ ਦੀ ਉੱਥੋਂ ਦੇ ਸਿੱਖਾਂ ਨੂੰ ਉਹਨੇ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਪਿੱਛੇ ਜਿਹੜੇ ਇਰਾਦੇ ਨੇ ਬੜੇ ਮਾੜੇ ਨੇ ਤੇ ਅਧਿਕਾਰ ਤੇ ਕੋਈ ਨਹੀਂ ਹੈਗਾ। ਉਹ ਜਿਹੜੀ ਹੈ ਵੈਕਿਊ ਬੋਰਡ ਉਹਦੇ ਕੋਲ ਕੋਈ ਅਧਿਕਾਰ ਨਹੀਂ ਗਾ ਅਜਿਹਾ ਕਿ ਉਹ ਸਿੱਖਾਂ ਦੀ ਕੋਈ ਪਰਸਨਲ ਜਾਣਕਾਰੀ ਜਿਹੜੀ ਆ ਉਹਦਾ ਡਾਟਾ ਤਿਆਰ ਕਰੇ ਜਾਂ ਉਹਨਾਂ ਬਾਰੇ ਜਾਣਕਾਰੀ ਹਾਸਲ ਕਰੇ ਜਾਂ ਉਹਨਾਂ ਬਾਰੇ ਰਿਕਾਰਡ ਤਿਆਰ ਕਰੇ। ਜੀ 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 ਬਲਟੋਆ ਜੀ, ਬਹੁਤ ਬਹੁਤ ਸ਼ੁਕਰੀਆ ਸਰ ਆਪਣਾ ਕੀਮਤੀ ਵਕਤ ਸਾਂਝਾ ਕਰਨ ਦੇ ਲਈ, ਆਪਣੇ ਵਿਚਾਰ ਰੱਖਣ ਦੇ ਲਈ। ਤਪਨ ਵੀ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਡਟੇ ਹੋਏ ਨੇ। ਤਪਨ, ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਣਾ।